ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਬੇਟਾ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਪਹਿਲੇ 2 ਕਵਿਤਾਵਾਂ ਕਰ ਚੁੱਕੇ ਹਾਂ ਅਤੇ ਹੁਣ ਅਸੀਂ ਤੀਸਰੀ ਕਵਿਤਾ ਕਰਨ ਜਾ ਰਹੇ ਹਾਂ। ਤੁਹਾਡੀ ਤੀਸਰੀ ਕਵਿਤਾ ਹੈ ਮੈਂ ਪੰਜਾਬੀ, ਜੋ ਕਿ ਫਿਰੋਜ਼ਦੀਨ ਸ਼ਰਫ ਦੀ ਲਿਖੀ ਹੋਈ ਹੈ। ਸਭ ਤੋਂ ਪਹਿਲੇ ਅਸੀਂ ਫਿਰੋਜ਼ਦੀਨ ਸ਼ਰਫ ਬਾਰੇ ਜਾਣ ਪਛਾਣ ਕਰਾਂਗੇ, ਫਿਰ ਅਸੀਂ ਕਵਿਤਾ ਸ਼ੁਰੂ ਕਰਾਂਗੇ। ਫਿਰੋਜ਼ਦੀਨ ਸ਼ਰਫ ਦਾ ਜਨਮ 1898 ਈਸਵੀ ਨੂੰ ਰਾਜਾ ਸਾਂਸੀ, ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਪਿੰਡ ਤੋਲਾ ਨੰਗਲ ਵਿੱਚ ਖਾਨ ਵੀਰੂ ਖਾਨ ਦੇ ਘਰ ਹੋਇਆ। ਇਹਨਾਂ ਦਾ ਬਚਪਨ ਪਿੰਡ ਵਿੱਚ ਹੀ ਗੁਜ਼ਰਿਆ। ਪਿਤਾ ਦੀ ਮੌਤ ਤੋਂ ਬਾਅਦ ਇਹਨਾਂ ਨੇ ਪੜ੍ਹਾਈ ਛੱਡ ਦਿੱਤੀ, ਪਰ ਇਹਨਾਂ ਨੂੰ ਪੜ੍ਹਨ ਅਤੇ ਸੁਣਨ ਦਾ ਬਹੁਤ ਸ਼ੌਂਕ ਸੀ। 14-15 ਸਾਲ ਦੀ ਉਮਰ ਵਿੱਚ ਇਹਨਾਂ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਫਿਰੋਜ਼ਦੀਨ ਸ਼ਰਫ ਨੂੰ ਪੰਜਾਬੀ ਬੋਲੀ ਅਤੇ ਪੰਜਾਬ ਨਾਲ ਬਹੁਤ ਪਿਆਰ ਸੀ। ਉਹਨਾਂ ਦੀ ਦਿਲੀ ਤਮੰਨਾ ਸੀ ਕਿ ਪੰਜਾਬੀ ਬੋਲੀ ਰਾਜ ਭਾਸ਼ਾ ਬਣੇ ਅਤੇ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ। ਸ਼ਰਫ ਦੀ ਮਿੱਠੀ ਅਤੇ ਸੁਰੀਲੀ ਆਵਾਜ਼ ਕਰਕੇ ਲੋਕ ਉਸ ਨੂੰ ਪੰਜਾਬ ਦੀ ਬੁਲਬੁਲ ਕਹਿੰਦੇ ਸਨ। ਕਿਸ ਨੂੰ ਪੰਜਾਬ ਦੀ ਬੁਲਬੁਲ ਕਹਿੰਦੇ ਸਨ? ਫਿਰੋਜ਼ਦੀਨ ਸ਼ਰਫ ਨੂੰ। ਉਹਨਾਂ ਦੀ ਕਵਿਤਾ ਦੇ ਅਲੱਗ-ਅਲੱਗ ਵਿਸ਼ੇ ਹੁੰਦੇ ਸਨ। ਉਹਨਾਂ ਨੇ ਲਗਭਗ 31 ਪੁਸਤਕਾਂ ਲਿਖੀਆਂ। ਕਿੰਨੀਆਂ ਪੁਸਤਕਾਂ ਲਿਖੀਆਂ? 31, ਜਿਨ੍ਹਾਂ ਵਿੱਚੋਂ ਸ਼ਰਫ ਸੁਨੇਹੇ, ਸ਼ਰਫ ਦੇ ਗੀਤ, ਜੋਗਣ, ਹੀਰ ਸਿਆਲ ਖਾਸ ਤੌਰ 'ਤੇ ਮਸ਼ਹੂਰ ਹਨ। ਕਾਵਿ ਰਚਨਾਵਾਂ ਵਿੱਚੋਂ ਸੁਨਹਿਰੀ ਕਲੀਆਂ ਅਤੇ ਸ਼ਰਫ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਆਪ ਨੇ ਫਿਲਮਾਂ ਲਈ ਵੀ ਗੀਤ ਲਿਖੇ। ਕਿਸ ਲਈ? ਫਿਲਮਾਂ ਲਈ। ਹੁਣ ਬੇਟਾ ਅਸੀਂ ਕਵਿਤਾ ਸ਼ੁਰੂ ਕਰਾਂਗੇ। ਮੈਂ ਪੰਜਾਬੀ। ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ ਹਾਂ। ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ। ਸਮਝਾਂ ਫਾਰਸੀ, ਉਰਦੂ ਵੀ ਖੂਬ ਬੋਲਾਂ। ਥੋੜ੍ਹੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ। ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ। ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ ਹਾਂ। ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ। ਇਸ ਵਿੱਚ ਫਿਰੋਜ਼ਦੀਨ ਸ਼ਰਫ ਕੀ ਕਹਿ ਰਹੇ ਹਨ? ਉਹ ਕਹਿ ਰਹੇ ਹਨ ਕਿ ਮੈਂ ਰਹਿਣ ਵਾਲਾ ਤਾਂ ਪੰਜਾਬ ਦਾ ਹਾਂ, ਭਾਵੇਂ ਮੈਂ ਪਿੰਡ ਵਿੱਚ ਰਹਿੰਦਾ ਹਾਂ, ਪਰ ਮੇਰਾ ਰਹਿਣ ਸਹਿਣ ਕਿਹੋ ਜਿਹਾ ਹੈ? ਸ਼ਹਿਰੀ ਢੰਗ ਦਾ ਹੈ। ਸਮਝਾਂ ਫਾਰਸੀ, ਉਰਦੂ ਵੀ ਖੂਬ ਬੋਲਾਂ। ਥੋੜ੍ਹੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ। ਕਿ ਮੈਨੂੰ ਫਾਰਸੀ ਵੀ ਆਉਂਦੀ ਹੈ ਅਤੇ ਉਰਦੂ ਵੀ ਆਉਂਦੀ ਹੈ ਅਤੇ ਮੈਂ ਥੋੜ੍ਹੀ ਬਹੁਤੀ ਅੰਗਰੇਜ਼ੀ ਵੀ ਸਮਝ ਲੈਂਦਾ ਹਾਂ। ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ। ਕਿ ਮੈਂ ਆਪਣੀ ਬੋਲੀ ਨਾਲ ਬਹੁਤ ਪਿਆਰ ਰੱਖਦਾ ਹਾਂ, ਕਿ ਮੈਂ ਆਪਣੀ ਪੰਜਾਬੀ ਬੋਲੀ ਨਾਲ, ਪੰਜਾਬੀ ਭਾਸ਼ਾ ਨਾਲ ਬਹੁਤ ਪਿਆਰ ਰੱਖਦਾ ਹਾਂ ਅਤੇ ਇਹ ਗੱਲ ਕਹਿਣ ਤੋਂ ਮੈਂ ਸੰਗਦਾ ਨਹੀਂ ਹਾਂ। ਮੈਨੂੰ ਕਿਸੇ ਨੂੰ ਵੀ ਇਹ ਗੱਲ ਕਹਿਣ ਤੋਂ ਸ਼ਰਮ ਨਹੀਂ ਆਉਂਦੀ ਕਿ ਮੇਰੀ ਭਾਸ਼ਾ ਪੰਜਾਬੀ ਹੈ। ਇਸ ਤੋਂ ਬਾਅਦ ਦੂਸਰਾ ਪੈਰਾ ਹੈ ਤੁਹਾਡਾ। ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ। ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਕ ਮੁੱਢੋਂ ਮੈਂ ਇਸ ਉਮੰਗਦਾ ਹਾਂ। ਹੁਣ ਕਵੀ ਕੀ ਕਹਿ ਰਿਹਾ ਹੈ? ਕਵੀ ਆਪਣੇ ਆਪ ਦੀ ਤੁਲਨਾ ਕਿਸੇ ਮੋਤੀ ਅਤੇ ਸੁਹਾਗਣ ਦੀ ਵੰਗ ਨਾਲ ਕਰ ਰਿਹਾ ਹੈ। ਕਵੀ ਆਪਣੇ ਆਪ ਨੂੰ ਕੀ ਕਹਿ ਰਿਹਾ ਹੈ? ਸੁਹਾਗਣ ਦੀ ਨੱਥ ਦਾ ਮੋਤੀ ਅਤੇ ਕਿਸੇ ਪੰਜਾਬਣ ਦੀ ਵੰਗ ਦਾ ਟੁਕੜਾ। ਅਤੇ ਕਵੀ ਕੀ ਕਹਿ ਰਿਹਾ ਕਿ ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਕ ਮੁੱਢੋਂ ਮੈਂ ਇਸ ਉਮੰਗਦਾ ਹਾਂ। ਕਿ ਮੇਰੀ ਇੱਛਾ ਕੀ ਹੈ, ਮੇਰੀ ਤਮੰਨਾ ਕੀ ਹੈ ਕਿ ਪੰਜਾਬੀ ਨੂੰ ਹਰ ਦੇਸ਼ ਵਿੱਚ ਮਾਣ ਮਿਲੇ। ਵਾਰਸ ਸ਼ਾਹ ਅਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ। ਹੁਣ ਕਵੀ ਕੀ ਕਹਿ ਰਿਹਾ ਹੈ ਕਿ ਮੈਂ ਵਾਰਸ ਸ਼ਾਹ ਅਤੇ ਬੁੱਲੇ ਸ਼ਾਹ ਵਾਂਗ ਪੰਜਾਬੀ ਭਾਸ਼ਾ ਨੂੰ ਪਿਆਰ ਕਰਦਾ ਹੋਇਆ ਪੰਜਾਬੀ ਵਿੱਚ ਹੀ ਆਪਣੀਆਂ ਕਵਿਤਾਵਾਂ ਲਿਖਦਾ ਹਾਂ ਅਤੇ ਯੂਪੀ ਵਿੱਚ ਕਰਾਂ ਗੱਲਾਂ, ਇਸੇ ਅਕਲ ਨੂੰ ਛਿੱਕੇ 'ਤੇ ਟੰਗਦਾ ਹਾਂ। ਕਵੀ ਕੀ ਕਹਿ ਰਿਹਾ ਕਿ ਮੈਂ ਇਹੋ ਜਿਹਾ ਬਿਲਕੁਲ ਵੀ ਨਹੀਂ ਹਾਂ ਕਿ ਮੈਂ ਰਹਿੰਦਾ ਤਾਂ ਪੰਜਾਬ ਵਿੱਚ ਹਾਂ ਅਤੇ ਹਿੰਦੀ ਭਾਸ਼ਾ ਬੋਲ ਕੇ ਯੂਪੀ ਦੀਆਂ ਗੱਲਾਂ ਕਰਾਂ। ਕਿ ਜੋ ਲੋਕ ਇਸ ਤਰ੍ਹਾਂ ਕਰਦੇ ਹਨ, ਉਹਨਾਂ ਦੀ ਅਕਲ ਨੂੰ ਮੈਂ ਛਿੱਕੇ 'ਤੇ ਟੰਗਦਾ ਹਾਂ, ਕਿ ਮੈਂ ਉਹਨਾਂ ਨੂੰ ਬੇਵਕੂਫ ਸਮਝਦਾ ਹਾਂ।
मैं पंजाबी पंजाब दा सर्फ सेवक सदा खैर पंजाबी दी मंगदा हाँ। ते अंत कवि की कह रहा है कि मैं पंजाबी हाँ, पंजाब दा सर्फ सेवक के पंजाब दा सेवादार, ते मैं सदा पंजाबी भाषा दी पंजाब दी की मंगदा हाँ, खैर मंगदा हाँ, दुआ मंगदा हाँ कि पंजाबी भाषा ते पंजाब इसे तरह तरक्की करदा रहे। हुण इस दे प्रश्न उत्तर हन। मैं पंजाबी कविता विच कवि किहड़े किहड़े कवियां नूं याद करदा है? किन्हां नूं याद करदा है? वारिस शाह ते बुल्ले शाह नूं। मैं पंजाबी कविता विच कवि मुੱਢ कदीम तो किस गल दा आशक है? अपनी माँ बोली पंजाबी दा, कि उसकी जो माँ बोली पंजाबी है वो बहुत तरक्की करे, उसनूं हर देश विच मान सत्कार मिले। मैं पंजाबी कविता का केंद्री भाव लिखो। पंजाब दे वसनीक होने करके कवि अपनी माँ बोली पंजाबी नाल बहुत प्यार करता है, तो वो चाहता है कि पंजाबी भाषा नूं देश विच पूरा सहयोग ते सत्कार मिले। ओह माँ बोली पंजाबी दा सेवक बन के माँ बोली दी सदा खैर मंगदा है। इस तो बाद तुहाडा अगे मिले मान पंजाबी नूं देश अंदर, आशक मुड्ढों मैं इस उमंगदा हाँ। वारिस शाह ते बुल्ले शाह दे रंग अंदर डोब डोब के जिंदगी रंगदा हाँ। मैं पंजाबी पंजाब दा सर्फ सेवक सदा खैर पंजाबी दी मंगदा हाँ। इन्हां लाइनां दी व्याख्या आपां पहले कर चुके हाँ। अगला प्रश्न है, सर्फ पूरी तरह नाल पंजाब ते पंजाबी सभ्याचार नाल जुड़िया होया है, एक कथन स्पष्ट करो। ਇਹ ਕਥਨ ਉਦੋਂ ਹੀ ਸਪਸ਼ਟ ਹੋ ਜਾਂਦਾ ਹੈ ਜਦੋਂ ਕਵੀ ਆਪਣੀ ਤੁਲਨਾ ਇੱਕ ਸੁਹਾਗਣ ਦੀ ਨੱਥ ਦੇ ਮੋਤੀ ਤੇ ਵੰਗ ਨਾਲ ਕਰਦਾ ਹੈ, ਵੰਗ ਦੇ ਟੁਕੜੇ ਨਾਲ ਕਰਦਾ ਹੈ, ਤੇ ਉਹ ਕੀ ਚਾਹੁੰਦਾ ਹੈ ਕਿ ਉਸ ਦੀ ਪੰਜਾਬੀ ਭਾਸ਼ਾ ਹੈ ਉਹ ਕੀ ਕਰੇ, ਬਹੁਤ ਤਰੱਕੀ ਕਰੇ, ਤੇ ਪੰਜਾਬੀ ਭਾਸ਼ਾ ਨੂੰ ਪੰਜਾਬ ਨੂੰ ਹਰ ਦੇਸ਼ ਵਿੱਚ ਮਾਣ ਸਤਿਕਾਰ ਦਿੱਤਾ ਜਾਏ। ਇਸ ਤੋਂ ਬਾਅਦ ਤੁਹਾਡੇ 1-1 ਨੰਬਰ ਵਾਲੇ ਪ੍ਰਸ਼ਨ ਉੱਤਰ ਹਨ। ਮੈਂ ਪੰਜਾਬੀ ਕਵਿਤਾ ਕਿਸ ਦੀ ਲਿਖੀ ਹੈ? किसकी लिखी हुई है? फिरोजदीन शरफ दी। फिरोजदीन शरफ दी कविता का नाम की है? मैं पंजाबी। मैं पंजाबी कविता विच किहड़े पंजाबी शायर का नाम आया है? वारिस शाह ते बुल्ले शाह। मैं पंजाबी कविता विच कवि खुद नूं किस दा सेवक दसदा है? पंजाबी बोली दा। मैं पंजाबी कविता अनुसार कवि किहड़ी बोली नहीं जानदा है? किहड़ी नहीं जानदा है? अंग्रेजी। कवि द्वारा उर्दू फारसी अंग्रेजी जानदियां भी उसकी पसंदीदा बोली किहड़ी है? पंजाबी। कवि फिरोजदीन शरफ अपनी कविता मैं पंजाबी विच किस चीज़ की इच्छा करता है? पंजाबी माँ बोली दे सत्कार दी। कवि किस नूं सुहागण दी नत्थ अते पंजाबण दी वंग दा टुकड़ा समझदा है? खुद नूं, अपने आप नूं। फिरोजदीन शरफ का जन्म कदों ते कित्थे होया? 1898 ईस्वी नूं अमृतसर विच। मैं पंजाबी कविता विच कवि किस दी खैर मंगदा है? पंजाबी दी। ते ये बेटा तुहाडे छोटे प्रश्न सी, ते हुण अगे हैं छोटे ही। मैं पंजाबी कविता विच कवि किस चीज़ प्रति अपना प्यार प्रगट करता है? पंजाबी बोली प्रति। कवि खुद नूं किस दी नत्थ दा मोती ते वंग दा टुकड़ा समझदा है? पंजाबण दे। मैं पंजाबी कविता विच कवि खुद नूं किस दा सेवक दसदा है? पंजाबी बोली दा, पंजाब दा। मैं पंजाबी कविता विच कवि किहड़े किहड़े शायरां नूं याद करदा है? वारिस शाह ते बुल्ले शाह नूं। फिरोजदीन शरफ दी किसी एक कविता का नाम दसो। मैं पंजाबी। फिरोजदीन शरफ नूं किहड़ियां भाषावां दा ज्ञान सी? उर्दू, फारसी, पंजाबी ते अंग्रेजी। कवि फिरोजदीन शरफ दी पसंदीदा बोली किहड़ी है? पंजाबी बोली, माँ बोली पंजाबी। फिरोजदीन शरफ का जन्म कदों ते कित्थे होया? इन्हां दा जन्म 1898 ईस्वी नूं राजा सांसी अमृतसर एक छोटे जहे पिंड तोला नंगल विच होया। शरफ ने किन्नी उम्र विच कविता लिखनी शुरू कर दी? 14-15 सालां दी उम्र विच। कवि पेंडू होने के बावजूद किस ढंग तरीके का है? शहरीए ढंग का। कवि शरफ किहड़ी भाषा थोड़ी बहुत बोल लैंदा है? अंग्रेजी। तो ये बेटा तुहाडी तीसरी कविता खत्म होंदी है, तो हुण तुसीं इहनूं ध्यान नाल सुनना है तो पढ़ना है। धन्नवाद।